ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰੇ ਬੱਚਿਓ, ਅਸੀਂ ਆਪਣੀਆਂ ਪਿਛਲੀਆਂ ਕੁਝ ਜਮਾਤਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀਆਂ ਕੁਝ ਕੁ ਘਟਨਾਵਾਂ ਸਾਂਝੀਆਂ ਕੀਤੀਆਂ ਸਨ। ਅੱਜ ਅਸੀਂ ਉਹਨਾਂ ਦੀ ਫਿਰ ਤੋਂ ਦੁਹਰਾਈ ਕਰਾਂਗੇ ਤਾਂ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਕੁਝ ਹੋਰ ਸਿੱਖ ਸਕੀਏ ਅਤੇ ਉਹਨਾਂ ਦੀ ਜੋ ਜੀਵਨ ਦੇ ਗੁਣ ਹਨ, ਉਹਨਾਂ ਦੀਆਂ ਸਿੱਖਿਆਵਾਂ ਹਨ, ਉਹ ਸਾਡੇ ਅੰਦਰ ਵਸ ਜਾਣ ਤਾਂ ਕਿ ਅਸੀਂ ਸੁਚੱਜਾ ਅਤੇ ਸਫਲ ਜੀਵਨ ਜੀ ਸਕੀਏ। ਪਿਆਰੇ ਬੱਚਿਓ, ਤੁਹਾਨੂੰ ਯਾਦ ਹੈ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਸੀ? 1 ਅਪ੍ਰੈਲ ਸਨ 1621 ਨੂੰ ਅੰਮ੍ਰਿਤਸਰ ਸਾਹਿਬ ਵਿਖੇ। ਜਿਸ ਥਾਂ ਤੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਉਸ ਸਥਾਨ ਤੇ ਹੁਣ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ? ਗੁਰਦੁਆਰਾ ਗੁਰੂ ਕੇ ਮਹਿਲ। ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ? ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪ ਸਭ ਤੋਂ ਛੋਟੇ ਪੁੱਤਰ ਸਨ। ਗੁਰੂ ਤੇਗ ਬਹਾਦਰ ਜੀ ਦੇ 4 ਵੱਡੇ ਭਰਾ ਸਨ: ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਜੀ ਅਤੇ ਗੁਰੂ ਤੇਗ ਬਹਾਦਰ ਜੀ ਸਭ ਤੋਂ ਛੋਟੇ। ਬਚਪਨ ਤੋਂ ਹੀ ਆਪ ਸੰਤ ਸਰੂਪ, ਗੰਭੀਰ ਸੁਭਾਅ ਦੇ ਤੇ ਤਿਆਗੀ ਸੁਭਾਅ ਦੇ ਮਾਲਕ ਸਨ। ਤੁਹਾਨੂੰ ਯਾਦ ਹੈ ਜਿਹੜੀ ਆਪਾਂ ਬਚਪਨ ਦੀ ਉਹਨਾਂ ਦੀ ਸਾਖੀ ਸਾਂਝੀ ਕੀਤੀ ਸੀ ਕਿ ਇੱਕ ਵਾਰ ਜਦੋਂ ਆਪ ਆਪਣੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਬਰਾਤ ਤੇ ਜਾ ਰਹੇ ਸਨ, ਉਹਨਾਂ ਦੇ ਆਨੰਦ ਕਾਰਜ ਸਮੇਂ ਬਰਾਤ ਤੇ ਜਾ ਰਹੇ ਸਨ, ਤਾਂ ਇੱਕ ਗਰੀਬ ਬੱਚਾ ਜੋ ਕਿ ਵਸਤਰ ਜਿਸਨੇ ਨਹੀਂ ਪਹਿਨੇ ਸਨ, ਉਸ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ ਸੀ? ਆਪਣਾ ਸੁੰਦਰ ਤੇ ਕੀਮਤੀ ਪੁਸ਼ਾਕ ਉਤਾਰ ਕੇ ਉਸ ਨੂੰ ਦੇ ਦਿੱਤਾ ਸੀ ਅਤੇ ਮਾਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਤਾਂ ਮੈਨੂੰ ਹੋਰ ਲੈ ਦੋਗੇ, ਮੈਂ ਇਸ ਬੱਚੇ ਨੂੰ ਬਿਨਾਂ ਵਸਤਰ ਦੇ ਨਹੀਂ ਦੇਖ ਸਕਦਾ। ਇਹ ਇੱਕ ਛੋਟੀ ਜਿਹੀ ਝਲਕ ਸੀ ਉਹਨਾਂ ਦੇ ਤਿਆਗੀ ਸੁਭਾਅ ਦੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜੋ ਗੁਰਮਤਿ ਵਿਦਿਆ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ ਆਦਿ ਹਰ ਤਰ੍ਹਾਂ ਦੀ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿੱਚ ਲਈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਤੇਗ ਬਹਾਦਰ ਜੀ ਆਪ ਜੀ ਦੇ ਨਾਲ ਹੀ ਰਹੇ। ਸਨ 1634 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ? ਮਾਤਾ ਗੁਜਰੀ ਜੀ ਨਾਲ, ਜੋ ਕਿ ਸ਼੍ਰੀ ਲਾਲ ਚੰਦ ਜੀ ਦੀ ਸੁਪੁੱਤਰੀ ਸਨ। ਗੁਰੂ ਤੇਗ ਬਹਾਦਰ ਜੀ ਜਿਸ ਤਰ੍ਹਾਂ ਦੱਸਿਆ ਕਿ ਉਹਨਾਂ ਨੇ ਸ਼ਸਤਰ ਵਿਦਿਆ ਵੀ ਲਈ ਸੀ, ਤਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਦੀ ਚੌਥੀ ਜੰਗ ਹੋਈ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਉਸ ਵਿੱਚ ਆਪਣੀ ਤੇਗ ਦੇ ਜੋਹਰ ਦਿਖਾਏ। ਬਚਪਨ ਵਿੱਚ ਆਪ ਜੀ ਦਾ ਨਾਮ ਕੀ ਸੀ? ਤਿਆਗਮਲ ਜੀ। ਪਰ ਇਸ ਜੰਗ ਵਿੱਚ ਜਦੋਂ ਆਪਣੇ ਤੇਗ ਦੇ ਜੋਹਰ ਦਿਖਾਏ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪ ਜੀ ਨੂੰ ਤੇਗ ਬਹਾਦਰ ਦਾ ਨਾਮ ਦੇ ਦਿੱਤਾ। ਇਸ ਜੰਗ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਚਲੇ ਗਏ ਤਾਂ ਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਪਿਤਾ ਗੁਰੂ ਜੀ ਦੇ ਹੁਕਮ ਅਨੁਸਾਰ ਬਕਾਲੇ ਆ ਗਏ। ਬਕਾਲਾ ਆਪ ਜੀ ਦਾ ਨਾਨਕਾ ਪਿੰਡ ਸੀ। ਬਕਾਲੇ ਆ ਕੇ ਗੁਰੂ ਸਾਹਿਬ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀ? ਆਪ ਜੀ ਨੇ ਉੱਥੇ ਬਹੁਤ ਭਗਤੀ ਵੀ ਕੀਤੀ, ਸਿਮਰਨ ਕੀਤਾ ਅਤੇ ਗ੍ਰਹਿਸਥ ਧਰਮ ਦੇ ਸਾਰੇ ਫਰਜ਼ ਨਿਭਾਉਂਦੇ ਹੋਏ ਆਪ ਦਿਨੇ ਕਿਰਤ ਵੀ ਕਰਦੇ ਸਨ। ਕਿਰਤ ਕਰਕੇ ਆਪਣਾ ਜੋ ਆਮਦਨ ਦਾ ਸਾਧਨ ਬਣਾਉਂਦੇ ਸਨ ਅਤੇ ਗੁਰਮਤਿ ਵਿਚਾਰਾਂ ਵੀ ਕਰਦੇ ਸਨ। 30 ਮਾਰਚ ਨੂੰ 1664 ਵਿੱਚ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਹਿਦਾਇਤ ਕੀਤੀ, ਬਾਬਾ ਵਸੇ ਗ੍ਰਾਮ ਬਕਾਲੇ, ਭਾਵ ਜੋ ਅਗਲੇ ਗੁਰੂ ਹਨ ਉਹ ਬਕਾਲੇ ਵਿੱਚ ਹਨ ਅਤੇ ਉਹ ਰਿਸ਼ਤੇ ਵਿੱਚ ਸਾਡੇ ਦਾਦਾ ਜੀ ਲੱਗਦੇ ਹਨ। ਤਾਂ ਇਸ ਗੱਲ ਦਾ ਕਿਹਨਾਂ ਨੇ ਫਾਇਦਾ ਉਠਾਇਆ? ਜੋ ਪੇਖੀ ਗੁਰੂ ਸਨ, ਜੋ ਲਾਲਚੀ ਸਨ, ਪਖੰਡ। ਉਹਨਾਂ ਨੇ ਆਪਣੀਆਂ ਮੰਜੀਆਂ ਬਣਾ ਕੇ ਬਕਾਲੇ ਵਿਖੇ ਬੈਠ ਕੇ ਅਤੇ ਗੁਰੂ ਗੱਦੀ ਦਾ ਦਾਅਵਾ ਕਰਨ ਲੱਗੇ। ਫਿਰ ਗੁਰੂ ਸਾਹਿਬ ਜੀ ਕਿਵੇਂ ਪ੍ਰਗਟ ਹੋਏ? ਮੱਖਣ ਸ਼ਾਹ ਲੁਬਾਣੇ ਨੇ ਜਦੋਂ ਉਸ ਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬਣ ਲੱਗਾ ਸੀ ਤਾਂ ਉਸਨੇ ਅਰਦਾਸ ਕੀਤੀ ਸੀ ਕਿ हे ਸੱਚੇ ਪਾਤਸ਼ਾਹ, ਕਿ ਜੇ ਮੇਰੇ ਸਵਾਸ ਬਚ ਗਏ ਤਾਂ ਮੈਂ ਆਪਣੀ ਦਸਵੰਧ ਦੀ ਰਕਮ ਲੈ ਕੇ ਆਪ ਜੀ ਦੇ ਪਾਸ ਆਵਾਂਗਾ। ਜਦੋਂ ਉਹ ਦਿੱਲੀ ਵਿੱਚ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਚਨ ਸਨ, ਬਾਬਾ ਵਸੇ ਗ੍ਰਾਮ ਬਕਾਲੇ। ਤਾਂ ਉਸ ਦੇ ਅਨੁਸਾਰ ਮੱਖਣ ਸ਼ਾਹ ਆਪਣੇ ਦਸਵੰਧ ਦੀ ਰਕਮ ਲੈ ਕੇ ਬਕਾਲੇ ਆ ਗਿਆ। ਫਿਰ ਉਸਨੇ ਕੀ ਦੇਖਿਆ ਸੀ ਕਿ ਇੱਥੇ ਤਾਂ ਬਹੁਤ ਸਾਰੇ ਪਖੰਡੀ ਗੁਰੂ ਮੰਜੀਆਂ ਲਗਾ ਕੇ ਬੈਠੇ ਹਨ। ਤਾਂ ਉਸਨੇ ਮਨ ਵਿੱਚ
ਸੋਚਿਆ ਕਿ ਮੈਂ ਦੋ ਮੋਹਰਾਂ ਹਰ ਇੱਕ ਦੇ ਅੱਗੇ ਰੱਖਾਂਗਾ ਅਤੇ ਜੋ ਸੱਚਾ ਗੁਰੂ ਹੋਏਗਾ ਉਹ ਮੇਰੇ ਪਾਸੋਂ ਪੂਰੀ ਦਸਵੰਧ ਦੀ ਰਕਮ ਦੀ ਮੰਗ ਕਰੇਗਾ। ਤਾਂ ਇਸ ਤਰ੍ਹਾਂ ਹੀ ਉਸਨੇ ਕੀਤਾ। ਦੋ ਮੋਹਰਾਂ ਸਭ ਦੇ ਅੱਗੇ ਰੱਖਦਾ ਗਿਆ। ਸਾਰੇ ਭੇਖੀ ਗੁਰੂ ਉਸ ਨੂੰ ਆਸ਼ੀਰਵਾਦ ਦਿੰਦੇ ਗਏ ਤੇ ਫਿਰ ਉਹ ਮਨ ਵਿੱਚ ਬਹੁਤ ਨਿਰਾਸ਼ ਸੀ। ਕਿਸੇ ਨੇ ਦੱਸਿਆ ਕਿ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਤੇਗ ਬਹਾਦਰ ਜੀ ਵੀ ਹਨ। ਤਾਂ ਮੱਖਣ ਸ਼ਾਹ ਉਸੇ ਦਰ ਤੇ ਗੁਰੂ ਤੇਗ ਬਹਾਦਰ ਜੀ ਪਾਸ ਗਿਆ। ਤਾਂ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਦੋ ਮੋਹਰਾਂ ਰੱਖੀਆਂ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਪੁਰਖਾ ਦਸਵੰਧ ਦੀ ਪੂਰੀ ਰਕਮ ਦੇਣੀ ਚਾਹੀਦੀ ਹੈ, ਆਪਣੇ ਕੋਲ ਨਹੀਂ ਰੱਖੀ ਦੀ। ਤਾਂ ਇਸ ਤਰ੍ਹਾਂ ਮੱਖਣ ਸ਼ਾਹ ਨੂੰ ਪਤਾ ਲੱਗ ਗਿਆ ਕਿ ਗੁਰੂ ਤੇਗ ਬਹਾਦਰ ਜੀ ਹੀ ਸੱਚੇ ਗੁਰੂ ਹਨ। ਤਾਂ ਉਸਨੇ ਉੱਪਰ ਚੜ੍ਹ ਕੇ ਕੋਠੇ ਤੇ ਚੜ੍ਹ ਕੇ ਕੀ ਕਿਹਾ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕਿਉਂਕਿ ਉਸਨੇ ਕਿਵੇਂ ਪ੍ਰਗਟ ਕੀਤਾ, ਉਸਨੂੰ ਵਿਸ਼ਵਾਸ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੇ ਇਹ ਬਚਨ ਕਹਿ ਕੇ ਗਏ ਹਨ ਕਿ ਨੌਵਾਂ ਗੁਰੂ ਬਕਾਲੇ ਵਿੱਚ ਹੈ, ਨੌਵੇਂ ਗੁਰੂ ਸਾਹਿਬ ਬਕਾਲੇ ਵਿੱਚ ਹਨ, ਤਾਂ ਮੈਨੂੰ ਉੱਥੇ ਹੀ ਮਿਲਣਗੇ। ਸੋ ਇਸ ਤਰ੍ਹਾਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਿਆ ਤੇ ਸੰਗਤ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆ ਗਈ। ਪਰ ਬਾਬਾ ਧੀਰਮਲ ਜੀ ਇਸ ਗੱਲ ਨੂੰ ਸਹਾਰ ਨਹੀਂ ਸਕੇ। ਫਿਰ ਕੀ ਕੀਤਾ ਸੀ ਉਹਨਾਂ ਨੇ, ਸ਼ੀਹੇ ਮਸੰਦ ਨੂੰ ਨਾਲ ਲਾ ਕੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਵਾਈ ਅਤੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਲਿਆ। ਫਿਰ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ, ਮੱਖਣ ਸ਼ਾਹ ਨੂੰ ਜਦੋਂ ਪਤਾ ਲੱਗਾ ਤਾਂ ਮੱਖਣ ਸ਼ਾਹ ਉਹਨਾਂ ਨੂੰ ਫੜ ਕੇ ਲੈ ਆਇਆ ਅਤੇ ਸਾਰਾ ਜੋ ਸਮਾਨ ਸੀ ਗੁਰੂ ਘਰ ਦਾ ਉਹ ਵੀ ਨਾਲ ਲੈ ਕੇ ਆਇਆ। ਪਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਹਨਾਂ ਨੂੰ ਮਾਫ ਕਰ ਦਿਓ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨਿਮਰਤਾ ਦੇ ਪੁੰਜ ਸਨ। ਸਾਰਾ ਸਮਾਨ ਵੀ ਅਤੇ ਇੱਥੋਂ ਤੱਕ ਕਿ ਆਦਬੀਰ ਵੀ ਵਾਪਸ ਭੇਜ ਦਿੱਤੀ। ਫਿਰ ਜਦੋਂ ਇੱਕ ਵਾਰ ਗੁਰੂ ਤੇਗ ਬਹਾਦਰ ਜੀ 1665 ਵਿੱਚ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਵਿਖੇ ਗਏ ਸਨ ਤਾਂ ਉੱਥੇ ਕੀ ਹੋਇਆ ਸੀ, ਉੱਥੋਂ ਦੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਤਾਂ ਗੁਰੂ ਤੇਗ ਬਹਾਦਰ ਜੀ ਚੁੱਪਚਾਪ ਅਕਾਲ ਤਖ਼ਤ ਸਾਹਿਬ ਦੇ ਲਾਗੇ ਇੱਕ ਥੜੇ ਉੱਤੇ ਬੈਠ ਗਏ। ਉਸ ਸਥਾਨ ਤੇ ਹੁਣ ਗੁਰਦੁਆਰਾ ਥੜਾ ਸਾਹਿਬ ਮੌਜੂਦ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਕੁਝ ਦੇਰ ਬੈਠੇ ਅਤੇ ਮਸੰਦਾਂ ਨੂੰ ਉਡੀਕਦੇ ਰਹੇ, ਪਰ ਮਸੰਦਾਂ ਦੇ ਨਾ ਆਉਣ ਤੇ ਆਪ ਪਿੰਡ ਬੱਲੇਵਾਲ ਚਲੇ ਗਏ। ਜਦੋਂ ਮੱਖਣ ਸ਼ਾਹ ਲੁਬਾਣੇ ਦੀ ਫਿਟਕਾਰ ਤੇ ਮਸੰਦ ਗੁਰੂ ਤੇਗ ਬਹਾਦਰ ਜੀ ਕੋਲ ਵਾਪਸ ਆਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਹੁਣ ਗੁਰਦੁਆਰਿਆਂ ਦੇ ਸੇਵਾਦਾਰ ਨਹੀਂ ਰਹੇ, ਤੁਸੀਂ ਪੂਜਾ ਦਾ ਧਾਨ ਖਾਂਦੇ ਹੋ, ਇਸ ਲਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ। ਫਿਰ ਗੁਰੂ ਤੇਗ ਬਹਾਦਰ ਜੀ ਬੱਲੇ ਪਿੰਡ ਤੋਂ ਬਕਾਲੇ ਗਏ ਅਤੇ ਫਿਰ ਕੀਰਤਪੁਰ ਸਾਹਿਬ ਚਲੇ ਗਏ। ਕੀਰਤਪੁਰ ਸਾਹਿਬ ਜਾ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਵਾਸਤੇ ਜ਼ਮੀਨ ਖਰੀਦੀ, ਅਨੰਦਪੁਰ ਸ਼ਹਿਰ ਵਸਾਉਣ ਲਈ। ਯਾਦ ਹੈ ਕਿਸ ਤੋਂ, ਕਹਿਲੂਰ ਦੇ ਰਾਜੇ ਦੀਪ ਚੰਦ ਦੀ ਰਾਣੀ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ 1665 ਈਸਵੀ ਨੂੰ ਨਗਰ ਅਨੰਦਪੁਰ ਸਾਹਿਬ ਵਸਾਇਆ। ਉਸ ਦਾ ਪਹਿਲਾ ਨਾਮ ਕੀ ਸੀ, ਚੱਕ ਨਾਨਕੀ। ਗੁਰੂ ਸਾਹਿਬ ਦੇ ਸਮੇਂ ਤੇ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਨੇ ਹਿੰਦੂਆਂ ਉੱਪਰ ਬਹੁਤ ਸਖਤੀ ਆਰੰਭ ਕਰ ਦਿੱਤੀ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗ ਗਿਆ। ਤਾਂ ਗੁਰੂ ਸਾਹਿਬ ਜੀ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ, ਪੂਰਬ ਦੇਸ਼ਾਂ ਵਿੱਚ ਅਤੇ ਹੋਰ ਅਲੱਗ-ਅਲੱਗ ਸਟੇਟਸ ਵਿੱਚ ਜਾ ਕੇ ਪ੍ਰਚਾਰ ਕਰਨ ਲੱਗੇ ਅਤੇ ਸੰਗਤਾਂ ਨੂੰ ਢਾਰਸ ਦੇਣ ਲੱਗੇ। ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਘਨੌਲੀ, ਰੋਪੜ ਆਦਿ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸਨ ਪ੍ਰਚਾਰ ਲਈ, ਉੱਥੇ ਲੋੜ ਅਨੁਸਾਰ ਦਸਵੰਧ ਦੀ ਰਕਮ ਖੂਹ ਅਤੇ ਬੌਲੀਆਂ ਲਵਾਉਣ ਤੇ ਖਰਚ ਕਰਦੇ ਸਨ। ਗੁਰੂ ਸਾਹਿਬ ਜੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਪਿੰਡ ਧਮਧਾਨ ਪੁੱਜੇ। ਉੱਥੇ ਭਾਈ ਰਾਮਦੇਵ ਸੰਗਤਾਂ ਦੀ ਬਹੁਤ ਜਲ ਨਾਲ ਬਹੁਤ ਸੇਵਾ ਕਰਦੇ ਸਨ। ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕੀ ਨਾਮ ਦਿੱਤਾ ਸੀ, ਭਾਈ ਮੀਹਾਂ ਜੀ। ਫਿਰ ਗੁਰੂ ਸਾਹਿਬ ਜੀ ਗਏ ਤੋਂ ਕੁਰੂਕਸ਼ੇਤਰ, ਮਥੁਰਾ, ਆਗਰਾ ਤੋਂ ਬਾਅਦ ਪਟਨੇ ਸਾਹਿਬ ਗਏ ਅਤੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੂੰ ਉੱਥੇ ਛੋੜ ਕੇ ਆਪ ਮੁਰਸ਼ਿਦਾਬਾਦ ਹੁੰਦੇ ਹੋਏ ਢਾਕੇ ਪਹੁੰਚੇ। ਢਾਕੇ ਤੋਂ ਗੁਰੂ ਸਾਹਿਬ ਜੀ ਅਸਾਮ ਗਏ। ਅਸਾਮ ਵਿੱਚ ਕੀ ਘਟਨਾ ਇੱਕ ਖਾਸ ਵਾਪਰੀ ਸੀ, 1670 ਵਿੱਚ ਆਪ ਜੀ ਨੇ ਰਾਜਾ ਰਾਮ ਸਿੰਘ ਅਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕਰਧਵਜ ਦੀ ਸੁਲ੍ਹਾ ਕਰਵਾਈ ਸੀ। ਇਹ ਦੋਨੋਂ ਰਾਜੇ ਜੰਗ ਲਈ ਪੂਰੀ ਤਰ੍ਹਾਂ ਤਿਆਰ ਸਨ, ਪਰ ਗੁਰੂ ਸਾਹਿਬ ਜੀ ਦੇ ਪਿਆਰ ਅਤੇ ਉਪਦੇਸ਼ ਨਾਲ
ਇਹਨਾਂ ਨੇ ਉਹ ਜੰਗ ਤਿਆਗ ਕੇ ਆਪਸ ਵਿੱਚ ਸੁਲ੍ਹਾ ਕਰ ਲਈ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਖੂਨ ਡੁੱਲਣੋਂ ਬਚ ਗਿਆ। ਇਸ ਸਮੇਂ ਦੌਰਾਨ ਹੀ 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨੇ ਵਿਖੇ ਹੀ ਹੋਇਆ ਸੀ। ਪਿਆਰੇ ਬੱਚਿਓ, ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਾਲ ਗੋਬਿੰਦ ਰਾਏ ਜੀ ਦਾ, ਤਾਂ ਗੁਰੂ ਤੇਗ ਬਹਾਦਰ ਜੀ ਢਾਕੇ ਵਿਖੇ ਹੀ ਸਨ, ਪਰ ਆਪ ਦਰਸ਼ਨਾਂ ਲਈ ਨਹੀਂ ਗਏ ਸਨ। ਆਪ ਆਪਣੇ ਸੁਪੁੱਤਰ ਨੂੰ ਦੇਖਣ ਨਹੀਂ ਗਏ ਅਤੇ ਜਦੋਂ ਦੋ ਰਾਜਿਆਂ ਦੀ ਸੁਲ੍ਹਾ ਕਰਾਉਣ ਤੋਂ ਬਾਅਦ 1670 ਵਿੱਚ ਫਿਰ ਗੁਰੂ ਸਾਹਿਬ ਜੀ ਪਟਨਾ ਵਿਖੇ ਆਏ, ਆਪਣੇ ਸਾਹਿਬਜ਼ਾਦੇ ਨੂੰ ਮਿਲ ਕੇ ਅਤੇ ਫਿਰ ਥੋੜੇ ਚਿਰ ਤੋਂ ਬਾਅਦ ਅਨੰਦਪੁਰ ਸਾਹਿਬ ਚਲੇ ਗਏ। ਬਾਅਦ ਵਿੱਚ ਆਪਨੇ ਆਪਣੇ ਪਰਿਵਾਰ ਨੂੰ ਵੀ ਅਨੰਦਪੁਰ ਸਾਹਿਬ ਵਿਖੇ ਬੁਲਾ ਲਿਆ। ਇਸ ਤੋਂ ਬਾਅਦ ਸ਼ਹੀਦੀ ਦੀ ਘਟਨਾ ਆਪ ਨੂੰ ਯਾਦ ਹੈ। ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਕਸ਼ਮੀਰ ਵਿੱਚ ਉਸਨੇ ਸਭ ਤੋਂ ਜ਼ਿਆਦਾ ਜ਼ੋਰ ਨਾਲ ਮੁਸਲਮਾਨਾਂ ਬਣਾਉਣ ਆਰੰਭਿਆ, ਕਿਉਂਕਿ ਉੱਥੋਂ ਦੇ ਜੋ ਪੰਡਤ ਸਨ ਬਹੁਤ ਵਿਦਵਾਨ ਸਨ। ਤਾਂ ਕਸ਼ਮੀਰੀ ਪੰਡਤ ਕਿਸ ਕੋਲ ਫਰਿਆਦ ਲੈ ਕੇ ਆਏ? ਗੁਰੂ ਤੇਗ ਬਹਾਦਰ ਜੀ ਕੋਲ। ਜੋ ਸ਼ਰਨ ਆਵੇ ਤਿਸ ਕੰਠ ਲਏ, ਇਹ ਬਿਰਧ ਸੁਆਮੀ ਸੰਤਾ। ਸਤਿਗੁਰੂ ਜੀ ਨੇ ਸ਼ਰਨ ਆਇਆਂ ਦੀ ਬਾਂਹ ਪਕੜੀ ਅਤੇ ਉਹਨਾਂ ਨੂੰ ਕਿਹਾ ਕਿ ਆਪ ਔਰੰਗਜ਼ੇਬ ਨੂੰ ਸੁਨੇਹਾ ਦੇ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣਨ ਲਈ ਤਿਆਰ ਹੋ ਜਾਂਦੇ ਹਨ ਤਾਂ ਅਸੀਂ ਸਭ ਮੁਸਲਮਾਨ ਬਣ ਜਾਵਾਂਗੇ। ਗੁਰੂ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦਿੱਤੀ ਅਤੇ ਆਪ ਦਿੱਲੀ ਜਾਣ ਲਈ ਤਿਆਰ ਹੋ ਗਏ। ਰਸਤੇ ਵਿੱਚ ਆਪ ਹਰ ਇੱਕ ਨੂੰ, ਸਹਿਮੀ ਹੋਈ ਜਨਤਾ ਨੂੰ ਇਹ ਪ੍ਰਚਾਰ ਕਰਦੇ, ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਮ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਨਾਲ 3 ਸਿੱਖ ਰੱਖੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਲੋਕਾਂ ਨੂੰ ਪ੍ਰਚਾਰ ਕਰਦੇ ਹੋਏ ਗੁਰੂ ਸਾਹਿਬ ਜੀ ਨੂੰ ਆਗਰਾ ਪੁੱਜੇ ਤਾਂ ਉੱਥੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ 3 ਸਿੱਖਾਂ ਨੂੰ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਆਪ ਦਿੱਲੀ ਵਿੱਚ ਰਹੋ ਅਤੇ ਬਾਅਦ ਸ਼ਹਿਰ ਦੇ ਹਾਲਾਤਾਂ ਦਾ ਜੋ ਜਾਂਚ ਕਰੋ। ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਆਗਰੇ ਤੋਂ ਦਿੱਲੀ ਲੈ ਕੇ ਆਂਦਾ ਗਿਆ। ਦਿੱਲੀ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਆਰੇ ਨਾਲ ਚੀਰ ਕੇ, ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਉਹ ਸੋਚਦੇ ਸਨ ਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਤੇਗ ਬਹਾਦਰ ਜੀ ਡਰ ਜਾਣਗੇ, ਪਰ ਗੁਰੂ ਤੇਗ ਬਹਾਦਰ ਜੀ ਸ਼ਾਂਤ ਚਿੱਤ ਤੇ ਅਡੋਲ ਰਹੇ ਅਤੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਗੁਰਦਿੱਤਾ ਤੇ ਭਾਈ ਜੈਤਾ ਜੀ ਦੀ ਡਿਊਟੀ ਲਗਾਈ ਹੋਈ ਸੀ ਕਿ ਤੁਸੀਂ ਜੋ ਵੀ ਹਾਲਾਤ ਹੋਣ ਸ਼ਹਿਰ ਦੇ, ਉਹਨਾਂ ਤੋਂ ਤੁਸੀਂ ਬਾਅਦ ਵਿੱਚ ਦੇਖਣਾ ਅਤੇ ਉਸ ਅਨੁਸਾਰ ਲੋੜੀਂਦੀ ਕਾਰਵਾਈ ਕਰਨੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਰੀ ਰਿਪੋਰਟ ਦੇਣੀ। ਜ਼ਾਲਮਾਂ ਨੇ ਗੁਰੂ ਸਾਹਿਬ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਜਾਂ ਕਰਾਮਾਤ ਦਿਖਾਉਣ ਲਈ, ਤਾਂ ਗੁਰੂ ਸਾਹਿਬ ਜੀ ਨੇ ਜਦੋਂ ਦੋਨਾਂ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਆਪ ਸੀਸ ਦੇਣ ਲਈ ਤਿਆਰ ਹੋ ਜਾਓ। ਤਾਂ ਦਿੱਲੀ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਉਸ ਥਾਂ ਤੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਗੁਰੂ ਜੀ ਦਾ ਜੋ ਧੜ ਸੀ ਆਪਣੇ ਗੱਡੇ ਉੱਤੇ ਰੱਖ ਲਿਆ ਅਤੇ ਜ਼ਾਲਮਾਂ ਤੋਂ ਲੁਕਾ ਕੇ ਆਪਣੇ ਘਰ ਲੈ ਗਏ ਅਤੇ ਉਸ ਥਾਂ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਸੰਸਕਾਰ ਕੀਤਾ। ਇਸ ਸਥਾਨ ਤੇ ਹੁਣ ਗੁਰਦੁਆਰਾ ਰਕਾਬਗੰਜ ਸੁਸ਼ੋਭਿਤ ਹੈ ਅਤੇ ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਨੇ ਪਵਿੱਤਰ ਸੀਸ ਚੁੱਕਿਆ ਅਤੇ ਭਾਈ ਬੁੱਧਾ ਜੀ ਅਤੇ ਭਾਈ ਨਾਨੂ ਜੀ ਸਮੇਤ ਕੀਰਤਪੁਰ ਸਾਹਿਬ ਆ ਗਏ ਅਤੇ ਫਿਰ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਹ ਸੀਸ ਭੇਟ ਕੀਤਾ। ਜਿੱਥੇ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਉਸ ਸਥਾਨ ਤੇ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਸੋ ਪਿਆਰੇ ਬੱਚਿਓ, ਇਹ ਸੀ ਅਦੁੱਤੀ ਸ਼ਹਾਦਤ, ਅਨੋਖਾ ਜੀਵਨ ਅਤੇ ਅਦੁੱਤੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤਾਂ ਆਪ ਮੁਹਾਰੇ ਹੀ ਇਹ ਮੂੰਹ ਵਿੱਚੋਂ ਨਿਕਲ ਜਾਂਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ।
ਪਿਆਰੇ ਬੱਚਿਓ, ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਰੂਪ ਵਿੱਚ ਮੌਜੂਦ ਹਨ। ਗੁਰੂ ਸਾਹਿਬ ਜੀ ਨੇ 59 ਸ਼ਬਦ ਅਤੇ 57 ਸ਼ਲੋਕ ਉਚਾਰਨ ਕੀਤੇ। ਗੁਰੂ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਪ੍ਰਭੂ ਸਿਮਰਨ ਦੀ ਪ੍ਰੇਰਨਾ ਦਿੰਦੇ ਹਨ, ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਪ੍ਰਭੂ ਨਾਲ ਜੁੜਿਆ ਹੀ ਸੰਸਾਰ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਅਤੇ ਜੀਵ ਵਿਕਾਰਾਂ ਨੂੰ ਤਿਆਗਦੇ ਹਨ ਅਤੇ ਸੰਸਾਰਕ ਦੁੱਖਾਂ ਸੁੱਖਾਂ ਦੇ ਪ੍ਰਭਾਵ ਤੋਂ ਉੱਪਰ ਹੋ ਜਾਂਦੇ ਹਨ। ਫਿਰ ਉਹ ਦੁੱਖ ਵਿੱਚ ਬਹੁਤ ਦੁਖੀ ਨਹੀਂ ਹੁੰਦੇ ਅਤੇ ਸੁੱਖ ਵਿੱਚ ਬਹੁਤ ਉਛਾਲੇ ਨਹੀਂ ਮਾਰਦੇ। ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਸਾਨੂੰ ਇਹ ਵੀ ਉਪਦੇਸ਼ ਦਿੰਦੇ ਹਨ ਕਿ ਪ੍ਰਭੂ ਨਾਲ ਜੁੜੇ ਹੋਏ ਮਨੁੱਖ ਹੀ ਨਿਰਭਉ ਤੇ ਨਿਰਵੈਰ ਬਣਦੇ ਹਨ ਅਤੇ ਉਹਨਾਂ ਦੇ ਅੰਦਰ ਸੰਸਾਰਕ ਮਾਇਕ ਪਦਾਰਥਾਂ ਦਾ ਮੋਹ ਖਤਮ ਹੋ ਜਾਂਦਾ ਹੈ ਅਤੇ ਜੋ ਪ੍ਰਭੂ ਨਾਲ ਜੁੜਦੇ ਹਨ ਉਹੀ ਸੱਚੀ ਸੁੱਚੀ ਕਿਰਤ ਕਰਦੇ ਹਨ ਅਤੇ ਗਲਤ ਢੰਗਾਂ ਨਾਲ ਮਾਇਆ ਇਕੱਠੀ ਨਹੀਂ ਕਰਦੇ। ਫਿਰ ਇਹੋ ਜਿਹੇ ਮਨੁੱਖ ਕੀ ਪ੍ਰਾਪਤ ਕਰਦੇ ਹਨ? ਸਦੀਵੀ ਆਨੰਦ, ਆਤਮਕ ਆਨੰਦ ਅਤੇ ਖੇੜੇ ਵਿੱਚ ਰਹਿੰਦੇ ਹਨ। ਉਹ ਕਲਾ ਕਲੇਸ਼ ਤੋਂ ਮੁਕਤ, ਸ਼ਾਂਤ ਅਤੇ ਖੁਸ਼ਹਾਲ ਸਮਾਜ ਦੇ ਨਿਰਮਾਣ ਵਿੱਚ ਹਿੱਸਾ ਪਾਉਂਦੇ ਹਨ। ਉਹ ਦੇਵੀ ਗੁਣਾਂ ਵਾਲੇ ਬਣ ਜਾਂਦੇ ਹਨ। ਸੋ ਪਿਆਰੇ ਬੱਚਿਓ, ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨੀ ਹੈ ਅਤੇ ਬਾਣੀ ਪੜ੍ਹ ਕੇ ਉਸ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਵੀ ਇੱਕ ਆਤਮਕ ਆਨੰਦ ਹਾਸਲ ਕਰ ਸਕੀਏ ਅਤੇ ਜੋ ਖੁਸ਼ਹਾਲ ਸਮਾਜ ਦੇ ਨਿਰਮਾਣ ਵਿੱਚ ਆਪ ਵੀ ਖੁਸ਼ਹਾਲ ਰਹੀਏ ਅਤੇ ਸਭ ਨੂੰ ਖੁਸ਼ਹਾਲ ਕਰਨ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।